हाँ जी, सत श्री अकाल जी सारिਆਂ ਨੂੰ। शुरू करते हैं जी अज की टैसट सीरीज़। आप अगे प्रश्न नंबर 33 जी, गोइंदवाल विखे बौली का निर्माण किस गुरु जी ने करवाया? महला पहला, महला चौथा, महला तीजा ते महला पंजवां। हाँ जी, बौली का निर्माण गोइंदवाल विखे स्थापना की सी 1546 ਦੇ ਵਿੱਚ ਤੇ बौली का निर्माण करवाया ਸੀਗਾ 1559 ਦੇ ਵਿੱਚ 59 ਦੇ ਵਿੱਚ। ਇਹ ਕਿਹਨਾਂ ਨੇ ਕਰਵਾਇਆ ਸੀਗਾ ਜੀ? महला तीजा ने। ठीक है, श्री गुरु अमरदास जी ने। अगे जी प्रश्न नंबर 34, सिर पाओ वस्त्र है। सिर पाओ वस्त्र है, ए हत्थां दा, बी सिर तो पैरां तक, सी सिर दा अते डी गल दा। सिर पाओ की रस्म श्री गुरु अमरदास जी ने ही शुरू की सीगी। सिर पाओ जिहड़ा सही उत्तर हैगा वा जी, वो हैगा सिर तो पैरां तक। भाव वो वस्त्र जिहड़ा सिर तो पैरां तक पहनिया जाता उन्होंने सिर पाओ कह दिता जाता वा। ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਰੋਪਾ ਪਾਉਣ ਦੀ ਮਤਲਬ ਮਾਣ ਤਾਣ ਕਰਨ ਦਾ ਜਿਹਨੂੰ ਆਪਾਂ ਕਹਿੰਦੇ ਨੇ ਹੈਗਾ ਪ੍ਰਤੀਕ ਹੈਗਾ ਵਾ, ਤਾਂ ਉਹਨੂੰ ਸਰੋਪਾ ਵੀ ਸ਼ਬਦ ਜਿਹੜਾ ਵਰਤ ਲਿਆ ਜਾਂਦਾ ਵਾ। ਅੱਗੇ ਗੱਲ ਕਰਦੇ ਹੈਗੇ ਆ ਜੀ ਪ੍ਰਸ਼ਨ ਨੰਬਰ 35, ਕਿਸ ਗੁਰਬਾਣੀ ਕਾਵਿ ਰੂਪ ਵਿੱਚ ਰਹਾਓ ਤੁਕਾਂ ਨਹੀਂ ਹਨ? ਭਾਵ ਉਹ ਕਿਹੜੀ ਬਾਣੀ ਆ ਕਾਵਿ ਰੂਪ ਜਿਸ 'ਚ ਰਹਾਓ ਦੀਆਂ ਤੁਕਾਂ ਨਹੀਂ ਵਰਤੀਆਂ ਜਾਂਦੀਆਂ? ਜਪਜੀ ਸਾਹਿਬ, ਸੋਲਾ ਸਾਹਿਬ, ਆਨੰਦ ਸਾਹਿਬ, ਪ੍ਰੇਮ ਸਮਾਰਕ। ਤਾਂ ਇਹਦਾ ਸਹੀ ਉੱਤਰ ਤੁਸੀਂ ਚੁਣ ਸਕਦੇ ਹੋ ਦਿਮਾਗ ਦੇ ਵਿੱਚ ਆਪਣੇ। ਠੀਕ ਹੈ ਜੀ, ਇਹ ਤਾਂ ਇਹਦਾ ਸਹੀ ਉੱਤਰ ਹੈਗਾ ਵਾ ਸੋਲਾ ਸਾਹਿਬ। ਠੀਕ ਹੈ ਜੀ, ਮਾਰੂ ਸੋਲੇ ਰਚੇ ਹੋਏ ਨੇ 22 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ। ਠੀਕ ਹੈ ਜੀ, 24 ਸੋਲੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਅਤੇ 16 ਸੋਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ। ਪ੍ਰਸ਼ਨ ਨੰਬਰ 36, ਮੂਲ ਪਰਿਵਾਰ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਹੁੰਦਾ ਹੈ। A 7 ਪ੍ਰਕਾਰ ਦਾ, B 6 ਪ੍ਰਕਾਰ ਦਾ, C 9 ਪ੍ਰਕਾਰ ਦਾ ਅਤੇ D 8 ਪ੍ਰਕਾਰ ਦਾ। ਤਾਂ ਇਹਦਾ ਸਹੀ ਉੱਤਰ ਹੈਗਾ ਵਾ 8 ਪ੍ਰਕਾਰ ਦਾ। ਠੀਕ ਹੈ ਜੀ, ਅੱਗੇ ਜੀ ਪ੍ਰਸ਼ਨ ਨੰਬਰ 37, ਪਰੀਬੰਦ ਗਹਿਣਾ ਹੈ ਗੁੱਟ ਦਾ, ਗਲ ਦਾ, ਸਿਰ ਦਾ ਜਾਂ ਪੈਰ ਦਾ? ਪਰੀਬੰਦ ਗਹਿਣੇ ਪ੍ਰਤੀ ਇੱਕ ਮੈਨੂੰ ਗੱਲ ਯਾਦ ਆ, ਮਤਲਬ ਮੈਂ ਪੜ੍ਹੀ ਹੋਈ ਹੈ ਅਜੀਤ ਸਿੰਘ ਜੋਸ਼ੀ ਦੀ ਬੁੱਕ 'ਚ ਕਿ ਪਰੀਬੰਦ ਬਸ਼ਰਮ ਗਹਿਣਾ ਕਿ ਜੱਫੀ ਪਾਉਣ ਲੱਗੇ ਛਣਕ ਪਵੇ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਪਰੀਬੰਦ ਜਿਹੜਾ ਗਹਿਣਾ ਹੈਗਾ ਇਹ ਗਲ ਦਾ ਹੈਗਾ। ਅੱਗੇ ਜੀ ਪ੍ਰਸ਼ਨ ਨੰਬਰ 38, ਪ੍ਰਾਸ਼ਚਿਤ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪ੍ਰਾਸ਼ਚਿਤ ਮਤਲਬ ਪਾਪ ਬਖਸ਼ਾਉਣ ਨੂੰ ਮਹੱਤਵ ਦਿੱਤਾ ਜਾਂਦਾ ਕਿਸ ਧਰਮ ਦੇ ਵਿੱਚ? ਮੁਸਲਮਾਨ ਧਰਮ ਵਿੱਚ, ਹਿੰਦੂ ਧਰਮ ਵਿੱਚ, ਯਹੂਦੀ ਧਰਮ ਵਿੱਚ ਜਾਂ ਈਸਾਈ ਮੱਤ ਵਿੱਚ? ਆਪਾਂ ਦੇਖਦੇ ਹਾਂ ਕਿ ਹੈ ਨਾ ਇਹ ਜਿਹੜਾ ਹੈਗਾ ਪ੍ਰਾਸ਼ਚਿਤ ਦਾ ਮਹੱਤਵ ਜਿਹੜਾ ਹੈਗਾ ਵਾ ਈਸਾਈ ਮੱਤ ਦੇ ਵਿੱਚ ਹੈਗਾ ਵਾ। ਚਰਚ ਜਾ ਕੇ ਮਤਲਬ ਉਹਲੇ ਬੈਠ ਕੇ ਮਤਲਬ ਹਨੇਰੇ ਜਿਹਦੇ ਮਤਲਬ ਸ਼ਕਲ ਨਹੀਂ ਦਿਖਦੀ ਹੁੰਦੀ, ਇਕੱਲੀ ਆਵਾਜ਼ ਹੀ ਜਾਂਦੀ ਹੁੰਦੀ। ਆਪਾਂ ਫਿਲਮਾਂ ਵਿੱਚ ਵੀ ਦੇਖਿਆ ਹੋਇਆ ਨਾ, ਮਤਲਬ ਪ੍ਰਾਸ਼ਚਿਤ ਕਰਨ ਦਾ ਵੀ ਮੇਰੇ ਤੋਂ ਆਹ ਗੁਨਾਹ ਹੋਇਆ, ਉਹ ਕਬੂਲ ਕਰ ਲੈਂਦੇ ਆ ਉੱਥੇ ਜਾ ਕੇ ਚਰਚ 'ਚ ਜਾ ਕੇ। 39, ਲੋਕ ਕਾਵਿ ਸਿਰਜਣ ਪ੍ਰਕਿਰਿਆ ਪੁਸਤਕ ਹੈ। ਲੋਕ ਕਾਵਿ ਸਿਰਜਣ ਪ੍ਰਕਿਰਿਆ, ਇਸ ਦਾ ਉੱਤਰ ਚੁਣ ਸਕਦੇ ਹੋ ਤੁਸੀਂ ਵੀ ਗੁਰਬਖਸ਼ ਸਿੰਘ ਫਰੈਂਕ, ਡਾਕਟਰ ਨਾਹਰ ਸਿੰਘ, ਜੀਤ ਸਿੰਘ ਜੋਸ਼ੀ ਜਾਂ ਕੋਈ ਹੋਰ। ਤਾਂ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਡਾਕਟਰ ਨਾਹਰ ਸਿੰਘ। ਠੀਕ ਹੈ ਜੀ, ਅੱਗੇ ਪ੍ਰਸ਼ਨ ਨੰਬਰ 40 ਜੀ, ਸਾਹਿਤ ਸਿਧਾਂਤ ਪੁਸਤਕ ਹੈ। ਸਾਹਿਤ ਦੇ ਨਾਲ ਸਿਧਾਂਤਕ ਪੁਸਤਕ ਜਿਹੜੀ ਹੈਗੀ ਹੈ ਕਿਹਦੀ ਹੈਗੀ ਹੈ ਇਹ? ਸਤਿ ਅਰਥ ਭਾਵ ਕਿਹੜੀ ਪੁਸਤਕ ਹੈਗੀ ਹੈ ਸਾਹਿਤ ਸਿਧਾਂਤ ਨਾਲ ਸੰਬੰਧਿਤ? ਲੌਂਗ ਬੁਰਜੀਆਂ ਵਾਲਾ, ਮਹਾਨ ਕੋਸ਼ ਅਤੇ ਗਿਆਨ ਕੋਸ਼। ਤਾਂ ਇਹ ਜਿਹੜਾ ਸਹੀ ਉੱਤਰ ਹੈਗਾ ਠੀਕ ਹੈ ਜੀ ਸਤਿ ਅਰਥ। ਠੀਕ ਹੈ ਜੀ, ਸਾਹਿਤ ਅਰਥ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਪੁਸਤਕ ਹੈਗੀ, ਜਿਹੜੀ ਬੜੀ ਸਿਧਾਂਤਕ ਪੁਸਤਕ ਹੈਗੀ ਹੈ। ਇਹ 1942 ਜਾਂ 41 ਵਿੱਚ ਇਹਦਾ ਜ਼ਿਕਰ ਆਉਂਦਾ ਹੈਗਾ ਵਾ। ਅੱਗੇ ਗੱਲ ਕਰਦੇ ਹੈਗੇ ਆ ਜੀ ਪ੍ਰਸ਼ਨ ਨੰਬਰ 41, ਮੇਲਾ ਛਪਾਰ ਲੱਗਦਾ ਹੈ। A ਆਪਸ਼ਨ ਕੱਤੇ ਵਿੱਚ, B ਭਾਦੋਂ ਵਿੱਚ, C ਚੇਤ ਵਿੱਚ ਅਤੇ D ਜੇਠ ਵਿੱਚ। ਤਾਂ ਇਹਦਾ ਸਹੀ ਉੱਤਰ ਹੈਗਾ ਵਾ B ਭਾਦੋਂ ਦੇ ਵਿੱਚ। ਅੱਗੇ ਜੀ ਪ੍ਰਸ਼ਨ ਨੰਬਰ 42, ਮਾਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ? ਮਾਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ? ਗੋਲਾਂ, ਬਾਗਾਂ ਦਾ ਰਾਖਾ, ਧਰਤੀ ਹੇਠਲਾ ਬੁਲਦ ਅਤੇ ਨਮਸਕਾਰ। ਤਾਂ ਇਹਦਾ ਸਹੀ ਉੱਤਰ ਹੈਗਾ ਜੀ ਧਰਤੀ ਹੇਠਲਾ ਬਲਦ। ਮਾਨ ਸਿੰਘ, ਕਰਮ ਸਿੰਘ, ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਧਰਤੀ ਅਤੇ ਹੇਠਲਾ ਬਲਦ। ਠੀਕ ਹੈ ਜੀ, ਨਮਸਕਾਰ ਵੀ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਹੈਗੀ ਆ। ਬਾਗਾਂ ਦਾ ਰਾਖਾ ਸੁਜਾਨ ਸਿੰਘ ਜੀ ਦੀ ਹੈਗੀ ਹੈ। ਗੋਲਾਂ ਜਿਹੜੀ ਆ ਇਹ ਵੀ ਕੁਲਵੰਤ ਸਿੰਘ ਵਿਰਕ ਦੀ ਹੈਗੀ ਹੈ। ਅਤੇ ਇਹਦਾ ਸਹੀ ਉੱਤਰ ਹੈਗਾ ਵਾ C ਧਰਤੀ ਹੇਠਲਾ ਬਲਦ। ਹਾਂਜੀ, ਅੱਗੇ ਸਾਡਾ ਪ੍ਰਸ਼ਨ ਹੈਗਾ ਜੀ 43, 19 ਰਾਗਾਂ ਵਿੱਚ ਬਾਣੀ ਰਚੀ। ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਪਹਿਲਾ, ਮਹੱਲਾ ਤੀਜਾ। 19 ਰਾਗਾਂ ਦੇ ਵਿੱਚ ਬਾਣੀ ਕਿਸ ਗੁਰੂ ਸਾਹਿਬਾਨ ਨੇ ਰਚੀ ਹੈਗੀ ਹੈ? ਇਹਦਾ ਸਹੀ ਉੱਤਰ ਹੈਗਾ ਵਾ ਮਹੱਲਾ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਕੇਸਰ ਕਿਆਰੀ ਦਾ ਪ੍ਰਕਾਸ਼ਿਤ ਸਾਲ ਕਿਹੜਾ ਹੈ? ਕੇਸਰ ਕਿਆਰੀ ਦੂਜਾ ਕਾਵਿ ਸੰਗ੍ਰਹਿ ਧਨੀ ਰਾਮ ਚਾਤਰਿਕ 1941,
1942, 1951, 1940। ਤੇ ਇਹਦਾ ਸਹੀ ਉੱਤਰ ਹੈਗਾ ਵਾ 1940। ਠੀਕ ਹੈ ਜੀ। ਮਛਲੀ ਗਹਿਣਾ ਹੈ ਨੱਕ ਦਾ, ਕੰਨ ਦਾ, ਗਲ ਦਾ ਜਾਂ ਕੋਈ ਨਹੀਂ। ਮਛਲੀ ਗਹਿਣਾ ਜਿਹੜਾ ਹੈਗਾ ਵਾ ਇਹ ਗਹਿਣਾ ਹੈਗਾ ਵਾ ਨੱਕ ਦਾ। ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 46, ਪਰਮਾਤਮਾ ਦੇ ਸਰੂਪ ਬਾਰੇ ਬਾਣੀ ਹੈ, ਭਾਵ ਪਰਮਾਤਮਾ ਦੇ ਸਰੂਪ ਬਾਰੇ ਦੱਸਿਆ ਗਿਆ ਹੈ। ਕੁਚੱਜੀ ਬਾਣੀ ਵਿੱਚ, ਘੋੜੀਆਂ ਵਿੱਚ, ਵਡਹੰਸ ਬਾਣੀ ਵਿੱਚ ਜਾਂ ਜਪਜੀ ਸਾਹਿਬ ਵਿੱਚ। ਤਾਂ ਪਰਮਾਤਮਾ ਦੇ ਸਰੂਪ ਬਾਰੇ ਦੱਸਿਆ ਗਿਆ ਵਾ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਜਪਜੀ ਸਾਹਿਬ ਦੇ ਵਿੱਚ। ਠੀਕ ਹੈ ਜੀ। 40 ਨੰਬਰ 7 ਜੀ, ਸ਼ਬਦ ਦੇ ਕੋਸ਼ਗਤ ਹਨ। ਸ਼ਬਦ ਦੇ ਕੋਸ਼ਗਤ ਅਰਥ ਹਨ ਆਵਾਜ਼, ਧੁਨੀ, ਰਹੱਸਮਈ ਜਾਂ ਏ ਅਤੇ ਬੀ ਦੋਵੇਂ। ਤਾਂ ਇਸ ਦਾ ਸਹੀ ਉੱਤਰ ਹੈਗਾ ਵਾ ਏ ਅਤੇ ਬੀ ਦੋਵੇਂ, ਆਵਾਜ਼ ਜਾਂ ਧੁਨੀ। ਪ੍ਰਸ਼ਨ ਨੰਬਰ 48, ਪੰਜਾਬੀ ਦੀਆਂ ਕੁੱਲ ਉਪਭਾਸ਼ਾਵਾਂ ਕਿੰਨੀਆਂ ਹਨ? 10, 11, 12 ਜਾਂ 9। ਤਾਂ ਪੰਜਾਬੀ ਦੀਆਂ ਕੁੱਲ ਉਪਭਾਸ਼ਾਵਾਂ ਜਿਹੜੀਆਂ ਹੈਗੀਆਂ ਨੇ ਉਹ ਕਿੰਨੀਆਂ ਹੈਗੀਆਂ ਨੇ? 9। ਅਗਲਾ ਪ੍ਰਸ਼ਨ ਹੈਗਾ ਜੀ ਸਾਡਾ 49, ਸਿੱਖ ਇਨਕਲਾਬ ਦਾ ਮੋਢੀ ਸ਼੍ਰੀ ਗੁਰੂ ਨਾਨਕ ਦੇਵ। ਪੁਸਤਕ ਕਿਸ ਦੀ ਹੈ? ਕਿਸ਼ਨ ਸਿੰਘ ਦੀ, TR ਵਿਨੋਦ ਦੀ, ਸੰਤ ਸਿੰਘ ਸੇਖੋਂ ਦੀ ਜਾਂ ਕੋਈ ਨਹੀਂ। ਸਿੱਖ ਇਨਕਲਾਬ ਦਾ ਮੋਢੀ ਜਿਹੜੀ ਪੁਸਤਕ ਹੈਗੀ ਆ ਇਹ ਡਾਕਟਰ ਕ੍ਰਿਸ਼ਨ ਸਿੰਘ ਜੀ ਦੀ ਹੈਗੀ ਆ। ਠੀਕ ਹੈ ਜੀ। ਅੱਗੇ 50 ਨੰਬਰ ਜੀ, ਮੇਰੇ ਦਾਦੀ ਜੀ ਰੇਖਾ ਚਿੱਤਰ ਹੈ। ਮੇਰੇ ਦਾਦੀ ਜੀ ਜਿਹੜਾ ਰੇਖਾ ਚਿੱਤਰ ਹੈਗਾ ਵਾ ਮਤਲਬ ਰੇਖਾ ਚਿੱਤਰ ਦੇ ਗੁਣ ਹੈਗੇ ਨੇ ਕਿਹਦਾ? ਗੁਰਬਖਸ਼ ਸਿੰਘ ਜੀ ਦਾ, ਤੇਜਾ ਸਿੰਘ ਜੀ ਦਾ, ਸੁਜਾਨ ਸਿੰਘ ਜੀ ਦਾ ਜਾਂ ਬਲਰਾਜ ਸਾਹਨੀ ਦਾ। ਤਾਂ ਮੇਰੇ ਦਾਦੀ ਜੀ ਜਿਹੜਾ ਰੇਖਾ ਚਿੱਤਰ ਹੈਗਾ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨਾਲ ਸੰਬੰਧ ਰੱਖਦਾ ਵਾ। ਅੱਗੇ ਜੀ ਪ੍ਰਬੰਧ ਕਾਵਿ ਭੇਦ ਹੈ। ਪ੍ਰਬੰਧ ਕਾਵਿ ਭੇਦ ਹੈ ਦ੍ਰਿਸ਼ ਕਾਵਿ ਦਾ, ਸ਼ਰਵ ਕਾਵਿ ਦਾ, ਰੂਪਕ ਦਾ ਜਾਂ ਕੋਈ ਨਹੀਂ। ਪ੍ਰਬੰਧ ਕਾਵਿ ਜਿਹੜਾ ਭੇਦ ਹੈਗਾ ਇਹਦਾ ਸਹੀ ਉੱਤਰ ਹੈਗਾ ਜੀ ਸ਼ਰਵ ਕਾਵਿ ਦਾ। ਠੀਕ ਹੈ। ਖੰਡ ਕਾਵਿ ਅਤੇ ਪ੍ਰਬੰਧ ਕਾਵਿ ਜਿਹੜੇ ਆ ਸ਼ਰਵ ਕਾਵਿ ਦੇ ਵਿੱਚ ਆਉਂਦੇ ਆ। ਦ੍ਰਿਸ਼ ਦੇ ਵਿੱਚ ਕੀ ਆ? ਰੂਪਕ ਆਉਂਦਾ ਹੈਗਾ। ਠੀਕ ਹੈ ਜੀ। ਕਾਦਰਯਾਰ ਕਵੀ ਹੈ 19ਵੀਂ ਸਦੀ ਦਾ, 20ਵੀਂ ਸਦੀ ਦਾ, 19ਵੀਂ ਸਦੀ ਦਾ ਜਾਂ 17ਵੀਂ ਦਾ ਜਾਂ 18ਵੀਂ ਸਦੀ ਦਾ। ਕਾਦਰਯਾਰ ਕਵੀ ਹੈ 19ਵੀਂ ਸਦੀ ਦਾ। ਪ੍ਰਸ਼ਨ ਨੰਬਰ 53 ਜੀ, ਚੋਰ ਕੌਣ ਇਕਾਂਗੀ ਹੈ? ਚੋਰ ਕੌਣ ਇਕਾਂਗੀ ਹੈ? ਹਰਚਰਨ ਸਿੰਘ ਦੀ, IC ਨੰਦਾ ਜੀ ਦੀ, ਸੰਤ ਸਿੰਘ ਸੇਖੋਂ ਜੀ ਦੀ ਜਾਂ ਗਾਰਗੀ ਜੀ ਦੀ। ਇਸ ਦੇ ਵਿੱਚ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ ਦਿਖਾਈ ਗਈ ਆ। ਘਰ ਦੇ ਵਿੱਚ ਹੀ ਜਿਹੜੀ ਚੋਰੀ ਹੁੰਦੀ ਆ ਮਤਲਬ ਘੜੀ ਵਗੈਰਾ, ਗਹਿਣੇ ਵਗੈਰਾ ਜਾਂ ਪੈਸੇ ਵਗੈਰਾ। ਤਾਂ ਇਹ ਇਕਾਂਗੀ ਹੈਗੀ ਆ IC ਨੰਦਾ ਜੀ। ਅੱਗੇ ਗੱਲ ਕਰਦੇ ਹੈਗੇ ਆ ਜੀ ਪ੍ਰਸ਼ਨ ਨੰਬਰ 54, ਸਤੀਆਂ ਸੇਈ ਕਹਾਣੀ ਕਿਹਦੀ ਲਿਖੀ ਹੋਈ ਹੈ? ਸਤੀਆਂ ਸੇਈ ਕਹਾਣੀ ਆਪਸ਼ਨਾਂ ਤੁਹਾਡੇ ਸਾਹਮਣੇ ਨੇ, ਦੇਖ ਸਕਦੇ ਹੋ ਤੁਸੀਂ। ਸਤੀਆਂ ਸੇਈ ਕਹਾਣੀ ਜਿਹੜੀ ਆ ਇਹ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਆ। ਭਗਤ ਸਿੰਘ ਜੀ ਮੰਗੇਤਰ ਨਾਲ ਜਿਹੜੀ ਆ ਸੰਬੰਧ ਰੱਖਦੀ ਹੈਗੀ ਹੈ। ਵੀਰ ਭਗਤ ਸਿੰਘ ਦੱਤ ਨੂੰ ਜਦ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਣ ਵਾਲੀ ਨਾਰ ਨੂੰ ਜਦ ਦੱਸਿਆ ਕਿਸੇ ਨੇ ਜਾ। ਤਾਂ ਇਸ ਕਹਾਣੀ ਦੇ ਵਿੱਚ ਬੂਮਰਿੰਗ ਮੈਥਡ ਵਰਤਿਆ ਗਿਆ ਵਾ। ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਅਤੇ ਉੱਥੇ ਹੀ ਖਤਮ ਹੁੰਦੀ ਹੈ। ਇਸ ਗੀਤ ਤੋਂ ਸ਼ੁਰੂ ਹੁੰਦੀ ਹੈ ਅਤੇ ਗੀਤ 'ਤੇ ਹੀ ਖਤਮ ਹੁੰਦੀ ਹੈ, ਜਿਸ ਨੂੰ ਮਤਲਬ ਪੰਜਾਬੀ ਦੇ ਵਿੱਚ ਮਤਲਬ ਕੀ ਆ ਬੂਮਰਿੰਗ ਮੈਥਡ ਕਹਿ ਦਿੱਤਾ ਜਾਂਦਾ। ਸੇ ਫਿਲਮਾਂ ਵੀ ਇੱਦਾਂ ਹੀ ਹੁੰਦੀਆਂ ਨੇ, ਜਦੋਂ ਬੈਕ ਫਿਲਮਾਂ ਚੱਲਦੀਆਂ ਹੈਗੀਆਂ ਨੇ। ਠੀਕ ਹੈ। ਜਿੱਥੋਂ ਅੰਤ ਉਹਨਾਂ ਦਾ ਉਸੇ ਥਾਂ 'ਤੇ ਦਿਖਾਇਆ ਜਾਂਦਾ ਜਿੱਥੋਂ ਸ਼ੁਰੂ ਹੁੰਦੀਆਂ ਨੇ। ਠੀਕ ਹੈ ਜੀ। ਕਾਫੀ ਵਧੀਆ ਕਹਾਣੀ ਹੈਗੀ ਆ, +2 ਦੇ ਵਿੱਚ ਲੱਗੀ ਵੀ ਹੋਈ ਹੈ ਇਹ ਜਨਰਲ ਪੰਜਾਬੀ ਦੇ ਵਿੱਚ। ਪ੍ਰਸ਼ਨ ਨੰਬਰ 55, ਮਿੱਥ ਕਥਾ ਦਾ ਪੁਰਾਣਾ ਰੂਪ ਹੈ। ਇਹ ਪ੍ਰਸ਼ਨ ਆਪਾਂ ਥੋੜ੍ਹੇ ਦਿਨ ਪਹਿਲਾਂ ਕਰ ਚੁੱਕੇ ਹਾਂ। ਮਿੱਥ ਕਥਾ ਦਾ ਪੁਰਾਣਾ ਰੂਪ ਹੈ ਪਰੀ ਕਥਾ, ਪ੍ਰਾਸਹਿਤ, ਬੈਲਡ ਕਥਾ ਜਾਂ ਪੁਰਾਣ ਕਥਾ। ਤਾਂ ਮਿੱਥ ਕਥਾ ਜਿਹੜਾ ਵਾ ਇਹਦਾ ਪੁਰਾਣਾ ਨਾਮ ਪੁਰਾਣ ਕਥਾ ਹੈਗਾ ਵਾ। ਨਾਵਲ ਸ਼ਬਦ ਨਵੇਲਾ ਤੋਂ ਬਣਿਆ ਹੈ। ਨਵੇਲਾ ਸ਼ਬਦ ਹੈ ਇਤਾਲਵੀ, ਯੂਨਾਨੀ, ਅੰਗਰੇਜ਼ੀ ਜਾਂ ਸੰਸਕ੍ਰਿਤ। ਆਪਸ਼ਨ ਥੱਲੇ ਹੋਊ D। ਤਾਂ ਇਹਦਾ ਸਹੀ ਉੱਤਰ ਜਿਹੜਾ ਹੈਗਾ ਵਾ ਜਿਨ੍ਹਾਂ ਨੇ ਚੁਣਨਾ ਉਹਨਾਂ ਨੇ ਚੁਣ ਲਿਆ ਹੋਣਾ ਵਾ। ਤਾਂ ਸਹੀ ਉੱਤਰ ਇਹਦਾ ਹੈਗਾ ਵਾ ਇਤਾਲਵੀ। ਨਵੇਲਾ ਜਿਹੜਾ ਸ਼ਬਦ ਹੈਗਾ ਵਾ ਇਹ ਇਤਾਲਵੀ ਭਾਸ਼ਾ ਦਾ ਵਾ। ਅੱਗੇ ਗੱਲ ਕਰਦੇ ਹਾਂ ਜੀ 57, ਪੰਜਾਬੀ ਵਿੱਚ ਲੰਬੀ ਕਹਾਣੀ ਦੀ ਪਿਰਤ ਪਾਈ। ਇਹ ਪ੍ਰਸ਼ਨ ਮੈਂ ਪੜ੍ਹਿਆ ਸੀ ਪੰਜਾਬੀ ਅਕਾਦਮੀ ਦੇ ਇਤਿਹਾਸ ਵਿੱਚ। ਪੰਜਾਬੀ ਕਹਾਣੀ ਦੀ ਜਿਹੜੀ ਪਿਰਤ ਪਈ ਆ ਉਹ 18ਵੀਂ ਸਦੀ ਦੇ ਦੂਜੇ ਦਹਾਕੇ, 20ਵੀਂ ਸਦੀ ਦੇ 8ਵੇਂ ਦਹਾਕੇ, 20ਵੀਂ ਸਦੀ ਦੇ ਚੌਥੇ ਦਹਾਕੇ ਜਾਂ 19ਵੀਂ ਸਦੀ ਦੇ ਅਖੀਰ 'ਤੇ। ਤਾਂ ਲੰਬੀ ਕਹਾਣੀ ਜਿਹੜੀ ਪਿਰਤ ਹੈਗੀ ਹੈ ਇਹਦਾ ਸਹੀ ਉੱਤਰ ਜਿਹੜਾ ਹੈਗਾ ਵਾ ਸੋਚ ਸਮਝ ਕੇ ਤੁਸੀਂ ਜੇ ਕਹਾਣੀਕਾਰਾਂ 'ਤੇ ਨਜ਼ਰ ਮਾਰੋ ਤਾਂ ਲੰਬੀ ਕਹਾਣੀ ਕੌਣ ਲਿਖਦੇ ਹੈਗੇ ਨੇ? ਵਰਿਆਮ ਸੰਧੂ ਜੀ। ਠੀਕ ਆ। ਤਾਂ ਮੌਲਿਕ ਜਿਹੜੀ ਲੰਬੀ ਕਹਾਣੀ ਹੈਗੀ ਆ ਉਹ ਲਿਖੀ ਜਾਂਦੀ ਆ ਆਪਸ਼ਨ B, 20ਵੀਂ ਸਦੀ ਦੇ 8ਵੇਂ ਦਹਾਕੇ ਵਿੱਚ ਲਿਖੀ ਗਈ। ਠੀਕ ਹੈ ਜੀ। ਅੱਗੇ ਜੀ ਵਜੀਦ ਜੀ ਕਵੀ ਹਨ 17ਵੀਂ ਸਦੀ ਦੇ, 18ਵੀਂ ਦੇ, 19ਵੀਂ ਦੇ ਜਾਂ 20ਵੀਂ ਸਦੀ ਦੇ।
ਤਾਂ ਵਜ਼ੀਰ ਜੀ ਜਿਹੜੇ ਹੈਗੇ ਨੇ ਇਹ ਹੈਗੇ ਨੇ 16ਵੀਂ ਸਦੀ ਦੇ, ਠੀਕ ਹੈ ਜੀ, 16ਵੀਂ ਸਦੀ ਦੇ ਹੈਗੇ ਨੇ। ਇੱਥੇ ਮੈਂ ਆਪਸ਼ਨ ਨਹੀਂ ਸੀ ਪਾਈ ਹੋਈਗੀ, ਬਾਅਦ 'ਚ ਮੈਂ ਲਿਖ ਲਿਆ ਸੀ ਨੋਟ, ਠੀਕ ਆ। ਇਹ ਪੰਜਾਬ ਜਿਹੜੀ ਬੋਰਡ ਦੀ ਬੁੱਕ ਹੈਗੀ ਉਹ 'ਚ 1525 ਤੋਂ ਲੈ ਕੇ 1585 ਤੱਕ ਇਹਨਾਂ ਦਾ ਜੀਵਨ ਜ਼ਿਕਰ ਆਉਂਦਾ ਹੈਗਾ ਵਾ, ਠੀਕ ਹੈ ਜੀ। ਇਹ 16ਵੀਂ ਸਦੀ ਦੇ ਹੈਗੇ ਨੇ ਕਵੀ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਵਾ। ਵਜੀਦ ਜੀ ਦੀ ਮੁੱਖ ਰਚਨਾ ਜਿਹੜੀ ਹੈਗੀ ਆ ਸਲੋਕਾਂ ਦੇ ਰੂਪ ਵਿੱਚ ਹੀ ਮਿਲਦੀ ਹੈਗੀ ਆ। ਅੜਿੱਲ ਛੰਦ ਜਿਹੜੇ ਅੜਿੱਲ ਇਹਨਾਂ ਨੇ ਲਿਖੇ ਹੋਏ ਨੇ, ਠੀਕ ਹੈ ਜੀ, ਇਹਨੂੰ ਨੋਟ ਕਰ ਲਿਓ ਤੁਸੀਂ। ਅਗਲਾ ਪ੍ਰਸ਼ਨ ਸਾਡਾ ਜੀ, ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਦੀਰਘ ਮਾਤਰਾ ਨਾਲ, ਲਘੂ ਮਾਤਰਾ ਨਾਲ, ਲਘੂ ਮਾਤਰਾ ਨਾਲ ਜਾਂ ਕੋਈ ਨਹੀਂ। ਤਾਂ ਬਿੰਦੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਇਹ ਬਿੰਦੀ 6 ਹੁੰਦੀਆਂ ਨੇ, ਬਿੰਦੀਆਂ 6 ਲਾ ਲਓ, 6 ਲਗਾਣਾ ਬਿੰਦੀ ਲੱਗਦੀ ਆ ਦੀਰਘ ਮਾਤਰਾ ਦੇ ਨਾਲ ਬਿੰਦੀ, ਅਤੇ ਲਘੂ ਮਾਤਰਾ ਦੇ ਨਾਲ ਕੀ ਆ ਟਿੱਪੀ ਲੱਗਦੀ ਹੈਗੀ, ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 60 ਉਚਾਰਨ ਵਿਧੀ ਦੇ ਆਧਾਰ 'ਤੇ ਵਿਅੰਜਨ ਹਨ। ਉਚਾਰਨ ਵਿਧੀ 'ਤੇ ਆਧਾਰ 'ਤੇ ਵਿਅੰਜਨ ਦਾ ਵਰਗੀਕਰਨ ਜਿਹੜਾ ਕੀਤਾ ਜਾਂਦਾ ਕਿੰਨੇ ਤਰ੍ਹਾਂ ਦਾ, ਉਹ 4 3 2 6। ਤਾਂ ਇਹਦਾ ਸਹੀ ਉੱਤਰ ਜਿਹੜਾ ਹੈਗਾ ਵਾ ਸਾਰਿਆਂ ਨੂੰ ਪਤਾ ਹੀ ਹੋਣਾ ਵਾ, ਇਹਦਾ ਉੱਤਰ ਹੈਗਾ 2, ਠੀਕ ਹੈ ਜੀ। ਡੱਕਵੇਂ ਅਤੇ ਅਡੱਕਵੇਂ। ਰੂਪ ਗ੍ਰਾਮ ਨੂੰ ਹੋਰ ਕੀ ਕਿਹਾ ਜਾਂਦਾ ਹੈ? ਧੁਨੀ, ਭਾਵੰਸ਼, ਸ਼ਬਦ, ਵਾਕੰਸ਼। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਰੂਪ ਗ੍ਰਾਮ ਨੂੰ ਕੀ ਕਿਹਾ ਜਾਂਦਾ ਵਾ? ਭਾਵ ਅੰਸ਼, ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖੋ ਜੀ 62 ਸਿੱਖ ਰਾਜ ਕਾਲ ਦਾ ਸਮਾਂ ਹੈ। ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ ਅਤੇ ਆਪਸ਼ਨ ਡੀ। ਇਸ ਪ੍ਰਸ਼ਨ ਦਾ ਉੱਤਰ ਧਿਆਨ ਨਾਲ ਸੋਚ ਕੇ ਦਿਓ, ਠੀਕ ਹੈ ਜੀ। ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਵਾ ਡੀ। 1800 ਤੋਂ ਲੈ ਕੇ 1860 ਤੱਕ ਜਿਹੜਾ ਵਾ ਸਿੱਖ ਰਾਜ ਕਾਲ ਦਾ ਸਮਾਂ ਹੈਗਾ ਵਾ। ਹਾਂਜੀ, ਅੱਗੇ ਪ੍ਰਸ਼ਨ 63 ਜੀ, ਸਭ ਤੋਂ ਵੱਧ ਦੁਖਾਂਤ ਨਾਟਕ ਹੈ। ਸਭ ਤੋਂ ਵੱਧ ਦੁਖਾਂਤ ਨਾਟਕ ਹੈ ਰੱਤਾ ਸਾਲੂ, ਅਣਜੋੜ, ਪੁਤਲੀ ਘਰ ਅਤੇ ਸੌਂਕਣ। ਤਾਂ ਸਭ ਤੋਂ ਜਿਹੜਾ ਦੁਖਾਂਤ ਨਾਟਕ ਹੈਗਾ ਉਹ ਹੈਗਾ ਵਾ ਰੱਤਾ ਸਾਲੂ, ਠੀਕ ਹੈ ਜੀ। ਪ੍ਰਗਤੀਵਾਦੀ ਨਾਟਕ ਹੈਗਾ ਇਹ, ਹਰਚਰਨ ਸਿੰਘ ਜੀ ਦਾ ਲਿਖਿਆ ਹੋਇਆ, ਠੀਕ ਹੈ ਜੀ, 1952 ਦੇ ਵਿੱਚ ਸ਼ਾਇਦ, ਠੀਕ ਹੈ ਜੀ, ਇਹਨੂੰ ਨੋਟ ਕਰ ਲਿਓ ਤੁਸੀਂ। ਕਾਰਤਿਕ ਕੂੰਜਾਂ, ਚੇਤ ਡੋ ਸਾਵਣ ਬਿਜਲੀਆਂ। ਤਾਂ ਇਹ ਜਿਹੜੀਆਂ ਰਚਨਾਵਾਂ ਨੇ ਮਤਲਬ ਸਤਰਾਂ ਨੇ ਕਿਹਨਾਂ ਦੀਆਂ ਹੈਗੀਆਂ? ਬਾਬਾ ਫਰੀਦ ਜੀ, ਕਬੀਰ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅਰਜਨ ਦੇਵ ਜੀ। ਕਾਤਕ ਕੂੰਜਾਂ, ਚੇਤ ਡੋ ਸਾਵਣ ਬਿਜਲੀਆਂ, ਠੀਕ ਹੈ ਜੀ, ਇਹ ਜਿਹੜੀਆਂ ਸਤਰਾਂ ਹੈਗੀਆਂ ਇਹ ਹੈਗੀਆਂ ਨੇ ਬਾਬਾ ਫਰੀਦ ਜੀ ਦੀ, ਠੀਕ ਹੈ ਜੀ। ਅਗਲਾ ਪ੍ਰਸ਼ਨ ਜੀ 65 ਨੰਬਰ, ਪੰਖੜੀਆਂ ਰਸਾਲਾ ਹੈ 2 ਮਾਸਕ, 4 ਮਾਸਕ, ਹਫ਼ਤਾਵਾਰੀ ਜਾਂ ਮਾਸਕ। ਪੰਖੜੀਆਂ ਰਸਾਲਾ ਪੰਜਾਬ ਬੋਰਡ ਨਾਲ ਸੰਬੰਧ ਰੱਖਦਾ ਹੈਗਾ, ਠੀਕ ਹੈ ਜੀ। ਤਾਂ ਇਹ ਹੈਗਾ ਵਾ ਮਾਸਿਕ ਪੱਤਰ, ਠੀਕ ਹੈ ਜੀ, ਮਾਸਿਕ ਰਸਾਲਾ। 66 ਨੰਬਰ, ਸੰਤ ਸਿੰਘ ਸੇਖੋਂ ਦਾ ਜੀਵਨ ਕਾਲ। ਸੰਤ ਸਿੰਘ ਸੇਖੋਂ ਦਾ ਜੀਵਨ ਕਾਲ ਜਿਹੜਾ ਹੈਗਾ ਵਾ ਆਪਸ਼ਨਾਂ ਤੁਹਾਡੇ ਸਾਹਮਣੇ ਆ, ਅਤੇ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ A B B 2 ਵਾਰੀ ਪਿਆ ਹੋਇਆ ਜੀ। ਤਾਂ ਇਹਦਾ ਉੱਪਰ ਜਿਹੜਾ ਸਹੀ ਹੈਗਾ ਵਾ C, ਠੀਕ ਹੈ ਜੀ, ਮਤਲਬ ਕਹਿ D ਕਹਿ ਸਕਦੇ ਹਾਂ। 1908 ਤੋਂ ਲੈ ਕੇ 1997 ਦੇ ਦਰਮਿਆਨ। ਅਗਲਾ ਪ੍ਰਸ਼ਨ ਜੀ, ਲਾਜਵੰਤੀ ਸ਼ਿਵ ਕੁਮਾਰ ਦਾ, ਲਾਜਵੰਤੀ ਸ਼ਿਵ ਕੁਮਾਰ ਦਾ ਕਾਵਿ ਸੰਗ੍ਰਹਿ ਹੈ ਪਹਿਲਾ, ਦੂਜਾ, ਤੀਜਾ ਜਾਂ ਚੌਥਾ। ਜਿਹਦੀ ਭੂਮਿਕਾ ਸੰਤ ਸਿੰਘ ਸੇਖੋਂ ਜੀ ਨੇ ਲਿਖੀ ਹੋਈ ਹੈ, ਠੀਕ ਹੈ ਜੀ। ਤਾਂ ਇਹ ਸੀਗਾ ਸ਼ਿਵ ਕੁਮਾਰ ਜੀ ਦਾ ਦੂਜਾ ਕਾਵਿ ਸੰਗ੍ਰਹਿ 1962 ਦੇ ਵਿੱਚ ਜਿਹੜਾ ਕਿ ਰਚਿਆ ਗਿਆ ਸੀ, ਠੀਕ ਹੈ ਜੀ। ਪ੍ਰਸ਼ਨ ਨੰਬਰ 68 ਪੱਖੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ 95 'ਚ, 96 'ਚ, 91 'ਚ ਜਾਂ ਕੋਈ ਨਹੀਂ। ਸੰਤੋਖ ਸਿੰਘ ਧੀਰ ਜੀ ਦਾ ਨਿੱਕੀਆਂ ਕਹਾਣੀਆਂ ਹੈਗੀਆਂ ਨੇ। ਇਹਦੇ ਜ਼ਿਆਦਾਤਰ ਵਿਸ਼ੇ ਜਿਹੜੇ ਹੈਗੇ ਨੇ ਵੰਡ ਦੇ ਨਾਲ ਸੰਬੰਧਿਤ ਹੈਗੇ ਨੇ, ਜਾਂ ਦੇਸ਼ ਵੰਡ ਦੇ ਨਾਲ, ਜਾਂ ਮੰਨ ਲਓ ਕੀ ਆ ਨਕਸਲਵਾਦੀ ਸ਼ਾਇਦ, ਵੈਸੇ ਦੇਸ਼ ਵੰਡ ਨਾਲ ਜ਼ਿਆਦਾ ਨੇ। ਤਾਂ ਇਹਨੂੰ ਇਨਾਮ ਵੀ ਮਿਲਿਆ ਸੀ 96 ਦੇ ਵਿੱਚ, ਠੀਕ ਹੈ ਜੀ। 96 'ਚ ਮਿਲਿਆ ਸੀਗਾ ਸੰਤੋਖ ਸਿੰਘ ਧੀਰ ਜੀ ਨੂੰ, ਅਤੇ 86 'ਚ ਮਿਲਿਆ ਸੀਗਾ ਸੁਜਾਨ ਸਿੰਘ ਜੀ ਨੂੰ, ਠੀਕ ਹੈ ਜੀ, ਸ਼ਹਿਰ ਅਤੇ ਗ੍ਰਾਂ ਲਈ। ਤਾਂ ਇਹ ਜਿਹੜਾ ਪ੍ਰਕਾਸ਼ਿਤ ਜਿਹੜਾ ਸਮਾਂ ਹੈਗਾ ਵਾ ਇਹਦਾ ਦੇਖਣ ਨੂੰ ਮਿਲਦਾ ਜਿਹੜਾ ਹੈਗਾ 1991 ਦੇ ਵਿੱਚ, ਠੀਕ ਹੈ ਜੀ, 5 ਸਾਲ ਬਾਅਦ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਟੀ ਬਾਣੀ ਰਚੀ ਗਈ ਹੈ, ਪੱਟੀ ਬਾਣੀ, ਠੀਕ ਹੈ ਜੀ। 2 ਪਦੇ ਹੈਗੇ ਨੇ। ਪੱਟੀ ਜਿਹੜੀ ਬਾਣੀ ਹੈਗੀ ਆ ਲਘੂ ਬਾਣੀ ਹੈਗੀ ਆ, ਮਤਲਬ ਲੰਬੀ ਬਾਣੀ ਨਹੀਂ ਹੈਗੀ, 2 ਪਦੇ ਨੇ ਇਹਨਾਂ ਦੇ। ਤਾਂ ਇਹ ਕਿਹੜੇ ਰਾਗ 'ਚ ਰਚੀ ਗਈ ਹੈ? ਇਹਦਾ ਆਪਸ਼ਨ ਜਿਹੜਾ ਆਨਸਰ ਹੈਗਾ ਵਾ ਉਹ ਹੈਗੀ ਰਾਗ ਆਸਾ ਦੇ ਵਿੱਚ, ਠੀਕ ਹੈ। ਅਤੇ ਰਾਗ ਆਸਾ ਦੇ ਵਿੱਚ ਹੀ ਆਪਣੇ ਆਪ ਨੂੰ ਕੀ ਆ ਸ਼ਾਇਰ ਆਖਦੇ ਹੈਗੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ। ਅਤੇ ਅੱਗੇ ਹੈਗਾ ਜੀ ਤੁਹਾਡਾ ਆਖਰੀ ਪ੍ਰਸ਼ਨ, ਬਾਬਾ ਬਲਵੰਤ ਜੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ? ਗੁਰਦਾਸਪੁਰ ਵਿੱਚ, ਅੰਮ੍ਰਿਤਸਰ ਵਿੱਚ, ਜਲੰਧਰ ਵਿੱਚ ਜਾਂ ਸਿਆਲਕੋਟ ਵਿੱਚ। ਤਾਂ ਬਾਬਾ ਬਲਵੰਤ ਜੀ ਦਾ ਜਿਹੜਾ ਜਨਮ ਹੈਗਾ ਵਾ ਇਹ ਆਪਸ਼ਨ, ਠੀਕ ਹੈ ਜੀ, ਤੁਹਾਨੂੰ ਛੱਡ ਤਾ, ਤੁਸੀਂ ਦੱਸਣਾ ਹੈਗਾ, ਠੀਕ ਹੈ। ਇਹਦਾ ਉੱਤਰ
ਅੰਮ੍ਰਿਤਸਰ ਵਿੱਚ ਹੋਇਆ ਜਾਂ ਸਿਆਲਕੋਟ ਵਿੱਚ ਹੋਇਆ ਜਾਂ ਗੁਰਦਾਸਪੁਰ ਵਿੱਚ ਹੋਇਆ? ਇਹ ਪ੍ਰਸ਼ਨ ਦਾ ਉੱਤਰ ਜਿਹੜਾ ਵਾ ਤੁਹਾਡੇ 'ਤੇ ਛੱਡਿਆ ਵਾ, ਤੁਸੀਂ ਜਵਾਬ ਦੇਣਾ ਵਾ। ਕੱਲ੍ਹ ਵਾਲਾ ਪ੍ਰਸ਼ਨ ਸੀਗਾ ਜੀ ਮਤਲਬ ਕੀ ਆ, ਰੇਖਾ ਚਿੱਤਰ ਜਿਹੜਾ ਹੈਗਾ ਵਾ ਮਤਲਬ ਕੀ ਆ, ਉਹਦੀ ਮਤਲਬ ਨੂੰ ਪ੍ਰੇਰਨਾ ਕਿੱਥੋਂ ਮਿਲੀ ਜਾਂ ਉਹਨੂੰ ਕਿੱਥੋਂ ਸੋਚਿਆ ਵੀ ਮੈਂ ਲਿਖਾਂ ਗਾਰਗੀ ਨੂੰ, ਠੀਕ ਆ ਜੀ। ਤਾਂ ਉਹਦਾ ਜ਼ਿਕਰ ਆਉਂਦਾ ਹੈਗਾ ਵਾ ਰਜਿੰਦਰ ਸਿੰਘ ਬੇਦੀ, ਠੀਕ ਆ ਜੀ, ਅਤੇ ਰਜਿੰਦਰ ਸਿੰਘ ਬੇਦੀ ਦੇ ਨਾਲ ਹਸਨ ਮੰਟੋ, ਠੀਕ ਹੈ, ਉਹਦੇ ਪ੍ਰੇਰਨਾ ਸਰੋਤ ਸੀਗੇ, ਠੀਕ ਹੈ ਜੀ, ਬਲਵੰਤ ਗਾਰਗੀ ਦੇ। ਧੰਨਵਾਦ ਜੀ ਸਾਰੇ, ਪੜ੍ਹਦੇ ਰਹੋ, ਕੋਈ ਗੱਲ ਨਹੀਂ, ਪੇਪਰ ਟਾਈਮ ਨਾਲ ਹੋ ਜਾਣਾ ਵਾ। ਤੁਹਾਡੀ ਜਿਹੜੀ ਸਪੀਡ ਆ ਉਹ ਢਿੱਲੀ ਨਹੀਂ ਹੋਣੀ ਚਾਹੀਦੀ, ਮਤਲਬ ਆਪਣੇ 'ਚ ਕਮੀ ਨਹੀਂ ਹੋਣੀ ਚਾਹੀਦੀ ਗੀ, ਤਿਆਰੀ ਕਰਦੇ ਰਹੋ, ਕੋਈ ਗੱਲ ਨਹੀਂ। ਪੇਪਰ ਦਾ ਲੈਵਲ ਠੀਕ ਹੀ ਹੋਊਗਾ, ਜ਼ਿਆਦਾ ਅਪ ਵੀ ਨਹੀਂ ਹੁੰਦਾ, ਜ਼ਿਆਦਾ ਲੋਅ ਵੀ ਨਹੀਂ ਹੁੰਦਾ ਗਾ, ਠੀਕ ਹੈ ਜੀ, ਕੋਈ ਗੱਲ ਨਹੀਂ। ਬਾਕੀ ਮੌਕੇ 'ਤੇ ਡਿਪੈਂਡ ਹੁੰਦਾ, 5-7 ਕੁਐਸਚਨ ਜਿਹੜੇ ਹਵਾ ਦੇ ਵਿੱਚ ਹੀ ਹੁੰਦੇ ਨੇ, ਠੀਕ ਹੈ ਜੀ, ਉੱਥੇ ਮੌਕੇ 'ਤੇ ਡਿਪੈਂਡ ਕਰਦਾ ਹੁੰਦਾ। ਕਈ ਵਾਰੀ ਮੇਰੇ ਵਰਗਾ ਬਹੁਤ ਪੜ੍ਹਦਾ ਹੁੰਦਾ ਪਰ ਉੱਥੇ ਪੇਪਰ ਕਰਨ ਲੱਗੇ 3 ਕੁਐਸਚਨ ਗਲਤ ਹੀ ਲਾਇਆ ਆਉਂਦਾ ਹੁੰਦਾ ਵਾ, ਤਾਂ ਜਿਹਦਾ ਪਛਤਾਵਾ ਜਿਹੜਾ ਵਾ ਕਾਫੀ ਦੇਰ ਤੱਕ ਰਹਿੰਦਾ ਹੈਗਾ, ਸਾਰੀ ਉਮਰ ਹੀ ਰਹਿੰਦਾ ਹੈਗਾ ਵਾ। ਇਸ ਕਰਕੇ ਪੜ੍ਹਦੇ ਰਹੋ, ਠੀਕ ਹੈ ਜੀ ਦੋਸਤੋ, ਸੁਚੇਤ ਰਹੋ, ਚੇਤੰਨ ਰਹੋ, ਠੀਕ ਹੈ, ਹਰ ਵਕਤ। ਧੰਨਵਾਦ ਜੀ।